Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 136ਵੇਂ ਅੰਗ ਦੀ ਵਿਆਖਿਆ ਕਰਦੇ ਹਾਂ ਜੀ। ਮਾਘ ਮਜਨ ਸੰਗ ਸਾਧੂਆ, ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ, ਸੁਣ ਸਭਨਾ ਕੋ ਕਰ ਦਾਨ। ਹੁਣ ਮਾਘ ਦੇ ਮਹੀਨੇ ਦੀ ਗੱਲ ਹੋ ਰਹੀ ਹੈ। ਮਾਘ ਦਾ ਮਹੀਨਾ ਅੰਗਰੇਜ਼ੀ ਮਹੀਨਿਆਂ ਦੇ ਹਿਸਾਬ ਨਾਲ ਜਨਵਰੀ ਫਰਵਰੀ ਦੇ ਵਿੱਚ ਹੁੰਦਾ ਹੈ। ਮਾਘੀ ਦਾ ਮੇਲਾ ਤਾਂ ਉਸ ਤੋਂ ਤਾਂ ਅਸੀਂ ਸਾਰੇ ਹੀ ਜਾਣੂ ਹਾਂ, ਕਾਫੀ ਮਸ਼ਹੂਰ ਹੈ। ਤੇ ਉਸ ਤੋਂ ਪਹਿਲਾਂ ਲੋਹੜੀ ਦਾ ਤਿਉਹਾਰ ਵੀ ਕਾਫੀ ਮਸ਼ਹੂਰ ਹੈ, ਬੜੇ ਚਾਵਾਂ ਦੇ ਨਾਲ ਮਨਾਇਆ ਜਾਂਦਾ ਹੈ। ਮਜਨ ਤੋਂ ਭਾਵ ਹੈ ਇਸ਼ਨਾਨ ਕਰਨਾ, ਚੁੰਬੀ ਲਾਉਣੀ। ਅਸਲ ਦੇ ਵਿੱਚ ਹਿੰਦੂ ਸ਼ਾਸਤਰਾਂ ਅਨੁਸਾਰ ਮਾਘ ਮਹੀਨੇ ਦਾ ਜੋ ਪਹਿਲਾ ਦਿਨ ਹੈ ਬੜਾ ਹੀ ਪਵਿੱਤਰ ਮੰਨਿਆ ਜਾਂਦਾ ਹੈ। ਤੇ ਉਸ ਦਿਨ ਜੋ ਹਿੰਦੂ ਲੋਕ ਹਨ ਉਹ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨ ਦੇ ਲਈ ਜਾਂਦੇ ਹਨ। ਉਸ ਨੂੰ ਬੜਾ ਪਵਿੱਤਰ ਸਮਝਿਆ ਜਾਂਦਾ ਹੈ। ਪਰ ਗੁਰੂ ਜੀ ਕਹਿੰਦੇ ਕਿ ਮਾਘ ਮਜਨ ਸੰਗ ਸਾਧੂਆ, ਕਿ ਤੀਰਥ ਇਸ਼ਨਾਨਾਂ ਨੂੰ ਛੱਡ ਕੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਜੁੜ ਕੇ ਉਸ ਪਰਮਾਤਮਾ ਦੇ ਨਾਮ ਅੰਮ੍ਰਿਤ ਦੇ ਵਿੱਚ ਚੁੰਬੀ ਲਾ, ਉਹਨਾਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਦੇ ਵਿੱਚ ਇਸ਼ਨਾਨ ਕਰ। ਇਹ ਸਾਰੇ ਤੀਰਥਾਂ ਦੇ ਬਰਾਬਰ ਹੈ। ਗੁਰੂ ਸਾਹਿਬ ਦੀ ਇਸ ਗੱਲ ਨੂੰ ਅਸੀਂ ਕਿੰਨਾ ਕੁ ਮੰਨਦੇ ਹਾਂ, ਇਸ ਗੱਲ ਤੋਂ ਤੁਸੀਂ ਸਾਰੇ ਹੀ ਜਾਣੂ ਹੋ। ਜੇਕਰ ਨਹੀਂ ਹੋ ਤਾਂ ਮਾਘੀ ਵਾਲੇ ਦਿਨ ਕਿਸੇ ਮਸ਼ਹੂਰ ਮੇਲਿਆਂ ਤੇ ਜਾ ਕੇ ਵੇਖ ਲਿਓ ਕਿ ਗੁਰੂ ਦੇ ਸਿੱਖ ਕੀ ਕਰਦੇ ਪਏ ਨੇ। ਕੀ ਉਹ ਗੁਰਮੁਖਾਂ ਦੀ ਸੰਗਤ ਦੇ ਵਿੱਚ ਜੁੜ ਕੇ ਪਰਮਾਤਮਾ ਦੇ ਨਾਮ ਦੇ ਵਿੱਚ ਚੁੰਬੀ ਲਾ ਰਹੇ ਨੇ, ਜਾਂ ਫਿਰ ਤੀਰਥ ਇਸ਼ਨਾਨ ਕਰ ਰਹੇ ਨੇ। ਗੁਰੂ ਜੀ ਨੇ ਸਾਨੂੰ ਗੁਰਮੁਖਾਂ ਦੇ ਚਰਨਾਂ ਦੀ ਧੂੜ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਕਿਹਾ, ਤੇ ਅੱਗੇ ਕਿਹਾ ਕਿ ਹਰ ਕਾ ਨਾਮ ਧਿਆ, ਸੁਣ ਸਭਨਾ ਨੋ ਕਰ ਦਾਨ, ਕਿ ਉਹਨਾਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਜੁੜ ਕੇ ਨਿਮਰਤਾ ਭਾਵ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪ, ਉਸ ਪਰਮਾਤਮਾ ਦੀ ਸਿਫਤ ਸਲਾਹ ਸੁਣ, ਤੇ ਹੋਰਨਾਂ ਨੂੰ ਵੀ ਉਸ ਪਰਮਾਤਮਾ ਦੇ ਨਾਮ ਦੀ ਦਾਤ ਵੰਡ। ਇਸ ਤਰ੍ਹਾਂ ਕਰਕੇ ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਿ ਜੋ ਤੇਰੇ ਪਿਛਲੇ ਕਰਮ ਕੀਤੇ ਹੋਏ ਨੇ ਉਹਨਾਂ ਕਰਮਾਂ ਦੇ ਨਾਲ ਪੈਦਾ ਹੋਈ ਵਿਕਾਰਾਂ ਦੀ ਮੈਲ ਤੇਰੇ ਮਨ ਤੋਂ ਲੈ ਜਾਏਗੀ, ਤੇ ਤੇਰੇ ਮਨ ਦੇ ਵਿੱਚੋਂ ਜੋ ਗੁਮਾਨ ਹੈ, ਅਹੰਕਾਰ ਹੈ, ਉਹ ਖਤਮ ਹੋ ਜਾਏਗਾ। ਕਈ ਵਾਰ ਸੋਚਦੇ ਹਾਂ ਤਾਂ ਬੜਾ ਦੁੱਖ ਵੀ ਲੱਗਦਾ ਹੈ, ਹੈਰਾਨੀ ਵੀ ਹੁੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜੋ ਸਿੱਖੀ ਸੀ ਉਹ ਅੱਜ ਦੀ ਸਿੱਖੀ ਤੋਂ ਬਹੁਤ ਹੀ ਵਿਲੱਖਣ ਸੀ। ਉਸ ਵਕਤ ਦੀ ਸਿੱਖੀ ਇੱਕ ਪਾਠਸ਼ਾਲਾ ਦੇ ਬਰਾਬਰ ਸੀ, ਜਿੱਥੇ ਸਾਧ ਸੰਗਤ ਦੇ ਵਿੱਚ ਜੁੜ ਕੇ ਪਰਮਾਤਮਾ ਦੇ ਨਾਮ ਤੇ ਵਿਚਾਰ ਕੀਤੀ ਜਾਂਦੀ ਸੀ, ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਸੀ, ਚੰਗੀਆਂ ਗੱਲਾਂ ਸਿੱਖੀਆਂ ਜਾਂਦੀਆਂ ਸਨ। ਸਮਾਂ ਪੈਣ ਨਾਲ ਸਿੱਖੀ ਦਾ ਜੋ ਮੁੱਢ ਸੀ ਸਿੱਖਣਾ, ਉਹ ਤੇ ਕਿਤੇ ਪਾਸੇ ਹੀ ਰਹਿ ਗਿਆ, ਤੇ ਅਸੀਂ ਧਾਰਮਿਕ ਕਰਮ ਕਾਂਡਾਂ ਦੇ ਵਿੱਚ ਫਸ ਗਏ। ਫਿਰ ਤੋਂ ਜਿਨ੍ਹਾਂ ਪੂਜਾ ਪਾਠਾਂ ਤੇ ਤੀਰਥ ਇਸ਼ਨਾਨਾਂ 'ਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਅਸੀਂ ਅੱਜ ਫੇਰ ਉਹਨਾਂ ਦੇ ਵਿੱਚ ਹੀ ਫਸੇ ਹੋਏ ਹਾਂ। ਜੋ ਗੁਰੂ ਘਰ ਸਨ ਉਹ ਪਾਠਸ਼ਾਲਾਵਾਂ ਸਨ। ਉੱਥੇ ਜਾ ਕੇ ਗੁਰੂ ਦੇ ਸਿੱਖ ਕੁਝ ਸਿੱਖ ਕੇ ਵਾਪਸ ਆਉਂਦੇ ਸਨ। ਤੇ ਹੁਣ ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਕੀ ਸਿੱਖ ਕੇ ਜਾਂ ਕੀ ਕਰਕੇ ਵਾਪਸ ਆਉਂਦੇ ਹਾਂ, ਇਸ ਗੱਲ ਤੋਂ ਤੁਸੀਂ ਸਾਰੇ ਹੀ ਭਲੀ ਭਾਂਤ ਜਾਣੂ ਹੋ। ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਕਿ ਗੁਰੂ ਘਰ ਨਹੀਂ ਜਾਣਾ ਚਾਹੀਦਾ, ਪਰ ਜਿਸ ਮਕਸਦ ਦੇ ਲਈ ਗੁਰੂ ਘਰ ਬਣਾਏ ਗਏ ਸਨ ਉਸ ਮਕਸਦ ਦੇ ਲਈ ਗੁਰੂ ਘਰ ਜਾਣਾ ਚਾਹੀਦਾ ਹੈ। ਉੱਥੇ ਜਾ ਕੇ ਕੁਝ ਸਿੱਖ ਕੇ ਆਉਣਾ ਚਾਹੀਦਾ ਹੈ, ਫਿਰ ਹੀ ਅਸੀਂ ਆਪਣੇ ਆਪ ਨੂੰ ਸਿੱਖ ਕਹਿ ਸਕਦੇ ਹਾਂ। ਜਦ ਤੱਕ ਅਸੀਂ ਕੁਝ ਸਿੱਖ ਹੀ ਨਹੀਂ ਰਹੇ ਤਾਂ ਫਿਰ ਸਿੱਖ ਆਪਦੇ ਆਪ ਨੂੰ ਅਖਵਾਉਣ ਦਾ ਫਾਇਦਾ ਕੀ ਹੋਇਆ। ਅੱਗੇ ਵੱਧਦੇ ਹਾਂ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ, ਕਿ ਜਦੋਂ ਅਸੀਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਜੁੜ ਕੇ ਪਰਮਾਤਮਾ ਦੇ ਸਿਫਤ ਸਲਾਹ ਕਰਦੇ ਹਾਂ ਤਾਂ ਸਾਡੇ ਮਨ ਤੋਂ ਵਿਕਾਰਾਂ ਦੀ ਮੈਲ ਵੀ ਉਤਰਦੀ ਹੈ, ਹੰਕਾਰ ਵੀ ਦੂਰ ਹੁੰਦਾ ਹੈ, ਨਾਲ ਦੀ ਨਾਲ ਸਾਨੂੰ ਕਾਮ ਕ੍ਰੋਧ ਵੀ ਮੋਹ ਨਹੀਂ ਸਕਦਾ। ਕੁੱਤੇ ਸਮਾਨ ਸਾਡਾ ਜੋ ਲੋਭ ਹੈ, ਸੁਆਨ ਤੋਂ ਭਾਵ ਕੁੱਤਾ, ਕੁੱਤੇ ਸਮਾਨ ਜੋ ਸਾਡਾ ਲੋਭ ਹੈ ਉਹ ਵੀ ਬਿਨਸ ਜਾਂਦਾ ਹੈ, ਵਿਨਾਸ਼ ਹੋ ਜਾਂਦਾ ਹੈ। ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ,
ਉਸ ਪਰਮਾਤਮਾ ਦੇ ਰਸਤੇ ਦੇ ਉੱਤੇ ਤੁਰਿਆਂ, ਮਾਰਗ ਦੇ ਉੱਤੇ ਤੁਰਿਆਂ ਸਾਰਾ ਜਗਤ ਸਾਡੀ ਵਾਹ ਵਾਹ ਕਰਦਾ ਹੈ, ਸ਼ੋਭਾ ਕਰਦਾ ਹੈ। 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। 68 ਤੀਰਥਾਂ ਦਾ ਇਸ਼ਨਾਨ, ਹਰ ਪ੍ਰਕਾਰ ਦੇ ਦਾਨ ਪੁੰਨ, ਜੀਵ ਦੇ ਉੱਤੇ ਦਇਆ ਕਰਨੀ, ਜੋ ਕਿ ਧਾਰਮਿਕ ਕਰਮਕਾਂਡ ਮੰਨਿਆ ਗਿਆ ਹੈ, ਇਹ ਸਾਰਾ ਕੁਝ ਹੀ ਤੁਹਾਨੂੰ ਸਿਮਰਨ ਦੇ ਵਿੱਚ ਹੀ ਮਿਲ ਜਾਏਗਾ। ਜਦੋਂ ਤੁਸੀਂ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਦੇ ਹੋ, ਪ੍ਰਮਾਤਮਾ ਦਾ ਗੁਣਗਾਨ ਕਰਦੇ ਹੋ, ਇਹ ਸਾਰਾ ਕੁਝ ਉਹਦੇ ਵਿੱਚ ਹੀ ਆ ਜਾਂਦਾ ਹੈ। ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਪਰ ਗੁਰੂ ਜੀ ਕਹਿੰਦੇ ਕਿ ਇਹ ਹਰ ਕਿਸੇ ਨੂੰ ਨਹੀਂ ਮਿਲਦਾ। ਜਿਸ ਦੇ ਉੱਤੇ ਪ੍ਰਮਾਤਮਾ ਦਇਆ ਕਰਕੇ, ਕਿਰਪਾ ਕਰਕੇ ਸਿਮਰਨ ਦੀ ਦਾਤ ਜਿਹੜੇ ਮਨੁੱਖ ਨੂੰ ਬਖਸ਼ਦਾ ਹੈ, ਸੋਈ ਪੁਰਖ ਸੁਜਾਨ, ਉਹੀ ਜ਼ਿੰਦਗੀ ਦਾ, ਉਹੀ ਮਨੁੱਖ ਜ਼ਿੰਦਗੀ ਦਾ ਸਹੀ ਰਸਤਾ ਪਛਾਣ ਕੇ ਸਿਆਣਾ ਬਣ ਜਾਂਦਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਕਿ ਜਿਨ੍ਹਾਂ ਨੂੰ ਉਹ ਪ੍ਰਮਾਤਮਾ ਮਿਲ ਗਿਆ ਹੈ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਸਾਂਝ ਪਾ ਲਈ ਹੈ, ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ। ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ। ਕਿ ਮਾਘ ਮਹੀਨੇ ਦੇ ਵਿੱਚ ਸਿਰਫ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ, ਜਿਨ੍ਹਾਂ ਨੂੰ ਉਹ ਪ੍ਰਮਾਤਮਾ ਸਿਮਰਨ ਦੀ ਦਾਤ ਬਖਸ਼ ਦਿੰਦਾ ਹੈ। ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਮਾਘ ਤੋਂ ਬਾਅਦ ਫਿਰ ਫੱਗਣ ਦਾ ਮਹੀਨਾ ਆਉਂਦਾ ਹੈ, ਜੋ ਆਪਣੇ ਮੱਧ ਫਰਵਰੀ ਤੋਂ ਲੈ ਕੇ ਮੱਧ ਮਾਰਚ ਤੱਕ ਹੁੰਦਾ ਹੈ। ਇਸ ਸਮੇਂ ਦੇ ਦੌਰਾਨ ਸਰਦੀ ਘਟ ਜਾਂਦੀ ਹੈ, ਗਰਮੀ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ, ਬਹਾਰ ਦੀ ਰੁੱਤ ਹੁੰਦੀ ਹੈ ਤੇ ਇੱਕ ਦੋ ਜੋ ਤਿਉਹਾਰ ਹਨ ਉਹ ਜ਼ਿਆਦਾਤਰ ਇਸ ਸਮੇਂ ਦੇ, ਇਸ ਮਹੀਨੇ ਦੇ ਦੌਰਾਨ ਹੀ ਆਉਂਦੇ ਹਨ। ਉਹਨਾਂ 'ਚੋਂ ਇੱਕ ਹੈ ਬਸੰਤ ਪੰਚਮੀ ਤੇ ਦੂਸਰਾ ਹੈ ਹੋਲੀ ਦਾ ਤਿਉਹਾਰ। ਇਹ ਦੋਨੋਂ ਹੀ ਤਿਉਹਾਰ ਲੋਕ ਆਨੰਦ ਪ੍ਰਾਪਤੀ ਦੇ ਲਈ ਮਨਾਉਂਦੇ ਹਨ। ਪਰ ਗੁਰੂ ਜੀ ਕਹਿੰਦੇ ਕਿ ਫਲਗੁਣ ਆਨੰਦ ਉਪਾਰਜਨਾ, ਉਪਾਰਜਨਾ ਤੋਂ ਭਾਵ ਉਪਜਣਾ, ਕਿ ਫੱਗਣ ਮਹੀਨੇ ਦੇ ਵਿੱਚ ਉਹਨਾਂ ਦੇ ਹਿਰਦਿਆਂ ਦੇ ਵਿੱਚ ਆਨੰਦ ਉਪਜਦਾ ਹੈ। ਹਰ ਸੱਜਣ ਪ੍ਰਗਟੇ ਆਏ, ਕਿ ਜਿਨ੍ਹਾਂ ਦੇ ਹਿਰਦਿਆਂ ਅੰਦਰ ਉਹ ਪ੍ਰਮਾਤਮਾ ਖੁਦ ਪ੍ਰਗਟ ਹੋ ਜਾਂਦਾ ਹੈ। ਉਹਨਾਂ ਨੂੰ ਫਿਰ ਆਤਮਿਕ ਆਨੰਦ ਪ੍ਰਾਪਤੀ ਦੇ ਲਈ ਤਿਉਹਾਰ ਮਨਾਉਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਦੇ ਅੰਦਰ ਹੀ ਆਨੰਦ ਪ੍ਰਾਪਤ ਕਰ ਲੈਂਦੇ ਹਨ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਜੋ ਪ੍ਰਮਾਤਮਾ ਨੂੰ ਮਿਲਾਉਣ ਦੇ ਵਿੱਚ ਸਹਾਇਤਾ ਕਰਨ ਵਾਲੇ ਉਸ ਪ੍ਰਮਾਤਮਾ ਦੇ ਸੰਤ ਜਨ ਹਨ, ਉਹ ਮਿਹਰ ਕਰਕੇ, ਕਿਰਪਾ ਕਰਕੇ ਉਹਨਾਂ ਮਨੁੱਖਾਂ ਨੂੰ ਪ੍ਰਮਾਤਮਾ ਦੇ ਨਾਲ ਮਿਲਾ ਦਿੰਦੇ ਹਨ। ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ। ਜਦੋਂ ਪ੍ਰਮਾਤਮਾ ਦੇ ਨਾਲ ਮਿਲ ਜਾਂਦੇ ਨੇ ਤੇ ਉਹਨਾਂ ਮਨੁੱਖਾਂ ਦੀ ਹਿਰਦੇ ਰੂਪੀ ਸੇਜ ਸੁਹਾਵੀ ਬਣ ਜਾਂਦੀ ਹੈ, ਸੁੰਦਰ ਬਣ ਜਾਂਦੀ ਹੈ। ਸਾਰੇ ਦੇ ਸਾਰੇ ਸੁੱਖ ਉਹ ਪ੍ਰਾਪਤ ਕਰ ਲੈਂਦੇ ਹਨ ਤੇ ਦੁੱਖਾਂ ਦੇ ਲਈ ਉਹਨਾਂ ਦੇ ਦਿਲ ਦੇ ਵਿੱਚ ਕੋਈ ਜਗ੍ਹਾ ਨਹੀਂ ਬਚਦੀ। ਇੱਛ ਪੁਨੀ ਵਡਭਾਗਣੀ ਵਰ ਪਾਇਆ ਹਰ ਰਾਏ। ਤੇ ਇਸ ਤਰ੍ਹਾਂ ਕਰਕੇ ਇੱਛ ਪੁਨੀ ਭਾਵ ਕਿ ਕਿਉਂਕਿ ਇਹਨਾਂ ਪੰਕਤੀਆਂ ਦੇ ਵਿੱਚ ਵੀ ਜੀਵ ਇਸਤਰੀ ਦੀ ਉਦਾਹਰਣ ਲਈ ਗਈ ਸੀ ਕਿ ਇੱਛ ਪੁਨੀ ਵਡਭਾਗਣੀ, ਕਿ ਉਹ ਵਡਭਾਗਣ ਜੀਵ ਇਸਤਰੀਆਂ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਪਾਲਿਆ, ਉਹਨਾਂ ਦੀ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ, ਕਿਉਂਕਿ ਪਰਮਾਤਮਾ ਰੂਪੀ ਵਰ ਉਹਨਾਂ ਨੂੰ ਮਿਲ ਜਾਂਦਾ ਹੈ। ਮਿਲ ਸਹੀਆ ਮੰਗਲ ਗਾਵਈ ਗੀਤ ਗੋਵਿੰਦ ਅਲਾਏ। ਫਿਰ ਉਹ ਆਪਣੀਆਂ ਸਹੀਆਂ ਭਾਵ ਸਹੇਲੀਆਂ ਦੇ ਨਾਲ ਮਿਲ ਕੇ ਮੰਗਲ ਗਾਵਈ, ਮੰਗਲ ਭਾਵ ਕਿ ਖੁਸ਼ੀ ਦਾ ਗੀਤ, ਸਿਫਤ ਸਲਾਹ ਦਾ ਗੀਤ ਗਾਉਂਦੀਆਂ ਹਨ। ਉਸ ਗੋਬਿੰਦ, ਉਸ ਪਰਮਾਤਮਾ ਦੀ ਸਿਫਤ ਸਲਾਹ ਅਲਾਏ ਭਾਵ ਅਲਾਪਦੀਆਂ ਹਨ। ਹਰ ਜਿਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ। ਉਹਨਾਂ ਨੂੰ ਇਸ ਗੱਲ ਦਾ ਵੀ ਨਿਸ਼ਚਾ ਹੋ ਜਾਂਦਾ ਹੈ ਕਿ ਉਸ ਪਰਮਾਤਮਾ ਦੀ ਬਰਾਬਰੀ ਦਾ ਹੋਰ ਕੋਈ ਨਹੀਂ ਹੈ। ਇਸ ਕਰਕੇ ਉਹ ਆਪਣੀ ਜੋ ਸਾਂਝ ਹੈ ਸਿਰਫ ਤੇ ਸਿਰਫ ਉਸ ਪਰਮਾਤਮਾ ਨਾਲ ਪਾ ਕੇ ਰੱਖਦੀਆਂ ਹਨ। ਹੋਰ ਕਿਸੇ ਨੂੰ, ਮਾਇਆ ਆਦਿਕ ਕਿਸੇ ਨੂੰ ਵੀ ਆਪਣੇ ਨੇੜੇ ਨਹੀਂ ਲੱਗਣ ਦਿੰਦੀਆਂ। ਹਲਤ ਪਲਤ ਸਵਾਰਿਅਨ ਨਿਹਚਲ ਦਿੱਤੀਆਂ ਜਾਏ। ਉਹਨਾਂ ਦਾ ਹਲਤ ਪਲਤ ਭਾਵ ਨਰਕ ਵੀ ਤੇ ਸਵਰਗ ਵੀ ਸਵਾਰਿਆ ਜਾਂਦਾ ਹੈ। ਉਹਨਾਂ ਦੀ ਅੱਜ ਦੀ ਜ਼ਿੰਦਗੀ ਵੀ ਸਵਾਰੀ ਜਾਂਦੀ ਹੈ ਤੇ ਜੋ ਕੱਲ੍ਹ ਨੂੰ ਆਉਣੀ ਹੈ ਉਹ ਵੀ ਸਵਾਰੀ ਜਾਂਦੀ ਹੈ। ਉਹ ਪਰਮਾਤਮਾ ਉਹਨਾਂ ਨੂੰ ਨਿਹਚਲ ਭਾਵ ਕਦੇ ਨਾ ਡੋਲਣ ਵਾਲੀ ਅਡੋਲ ਥਾਂ ਆਪਦੇ ਚਰਨਾਂ ਦੇ ਵਿੱਚ ਦੇ ਦਿੰਦਾ ਹੈ। ਸੰਸਾਰ ਸਾਗਰ ਤੇ ਰੱਖਿਆਨ ਬਹੁੜ ਨਾ ਜਨਮੈ ਧਾਏ। ਸੰਸਾਰ ਸਮੁੰਦਰ ਦੇ ਵਿੱਚ ਡੁੱਬਣ ਤੋਂ ਉਹ ਪਰਮਾਤਮਾ ਆਪ ਹੱਥ ਦੇ ਕੇ ਉਹਨਾਂ ਨੂੰ ਰੱਖ ਲੈਂਦਾ ਹੈ
ਤੇ ਫਿਰ ਉਹਨਾਂ ਦੀ ਜੋ ਜਨਮਾਂ ਮਰਨ ਦੇ ਚੱਕਰਾਂ ਦੇ ਵਿੱਚ ਭਟਕਣਾ ਸੀ ਉਹ ਵੀ ਖਤਮ ਹੋ ਜਾਂਦੀ ਹੈ। ਜਿਹਵਾ ਏਕ ਅਨੇਕ ਗੁਣ, ਕਹਿੰਦੇ ਸਾਡੇ ਕੋਲ ਜੀਵ ਇੱਕ ਹੀ ਹੈ ਪਰ ਉਸ ਪਰਮਾਤਮਾ ਦੇ ਗੁਣ ਅਨੇਕਾਂ ਹਨ। ਤਰੇ ਨਾਨਕ ਚਰਨੀ ਪਾਏ, ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਉਸ ਪਰਮਾਤਮਾ ਦੇ ਗੁਣ ਗਾ ਨਹੀਂ ਸਕਦੇ, ਪਰ ਫਿਰ ਵੀ ਜਿਹੜੇ ਮਨੁੱਖ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਨਿਵਾਉਂਦੇ ਹਨ, ਜਿਹੜੇ ਮਨੁੱਖ ਉਸ ਪਰਮਾਤਮਾ ਦੇ ਨਾਲ ਸਾਂਝ ਪਾ ਲੈਂਦੇ ਹਨ, ਉਹ ਸੰਸਾਰ ਸਮੁੰਦਰ ਤਰ ਜਾਂਦੇ ਹਨ। ਫਲਗੁਨ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ, ਕਹਿੰਦੇ ਫੱਗਣ ਦੇ ਮਹੀਨੇ ਦੇ ਵਿੱਚ ਤਿਉਹਾਰਾਂ ਆਦਿਕ ਦੇ ਵਿੱਚੋਂ ਆਨੰਦ ਲੱਭਣ ਦੀ ਬਜਾਏ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚੋਂ ਆਨੰਦ ਲੱਭਣਾ ਚਾਹੀਦਾ ਹੈ। ਉਹ ਪਰਮਾਤਮਾ ਜਿਸ ਨੂੰ ਆਪਣੀ ਵਡਿਆਈ ਦਾ ਤਿਲ ਭਰ ਵੀ ਰੱਤਾ ਭਰ ਵੀ ਤਮਾਏ, ਭਾਵ ਤਮਾ ਨਹੀਂ ਹੈ, ਲਾਲਚ ਨਹੀਂ ਹੈ। ਕਿਉਂਕਿ ਜੋ ਤਿਉਹਾਰਾਂ ਦਾ ਚਾਅ ਤੇ ਆਨੰਦ ਹੈ ਉਹ ਓਨਾ ਹੀ ਚਿਰ ਰਹਿੰਦਾ ਹੈ ਜਿੰਨਾ ਚਿਰ ਅਸੀਂ ਉਹਨਾਂ ਤਿਉਹਾਰਾਂ ਨੂੰ ਮਨਾ ਰਹੇ ਹੁੰਦੇ ਹਾਂ, ਪਰ ਜੋ ਪਰਮਾਤਮਾ ਦੇ ਨਾਲ ਸਾਂਝ ਪੈ ਕੇ ਆਨੰਦ ਪ੍ਰਾਪਤ ਹੁੰਦਾ ਹੈ ਉਹ ਸਦੀਵੀ ਹੋ ਜਾਂਦਾ ਹੈ, ਉਹ ਫਿਰ ਬਾਅਦ 'ਚ ਖੁੱਸਦਾ ਨਹੀਂ। ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ। ਜਿਹੜੇ ਜਿਹੜੇ ਮਨੁੱਖ ਉਸ ਪਰਮਾਤਮਾ ਨੂੰ ਧਿਆਉਂਦੇ ਹਨ ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ। ਪੂਰੇ ਗੁਰੂ ਨੂੰ ਜਿਹੜੇ ਲੋਕ ਅਰਾਧਦੇ ਹਨ, ਧਿਆਉਂਦੇ ਹਨ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ, ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਸੁਰਖਰੂ ਹੋ ਜਾਂਦੇ ਹਨ। ਸਰਬ ਸੁਖਾ ਨਿਧ ਚਰਨ ਹਰ, ਭੌਜਲ ਬਿਖਮ ਤਰੇ, ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀ ਜਰੇ। ਕਹਿੰਦੇ ਪਰਮਾਤਮਾ ਦੇ ਚਰਨ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਹਨ। ਨਿਧ ਭਾਵ ਖਜ਼ਾਨਾ, ਸਰਬ ਸੁੱਖਾ ਨਿਧ ਚਰਨ ਹਰ, ਕਿ ਹਰੀ ਦੇ ਚਰਨ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਹਨ। ਜਿਹਨੂੰ ਮਿਲ ਜਾਂਦੇ ਹਨ ਭੌਜਲ ਬਿਖਮ ਤਰੇ, ਉਹ ਬਿਖਮ ਤੋਂ ਭਾਵ ਔਖਾ, ਭੌਜਲ ਭਾਵ ਭਵਜਲ, ਉਹ ਔਖਾ ਸੰਸਾਰ ਸਮੁੰਦਰ ਵੀ ਤਰ ਲੈਂਦਾ ਹੈ। ਉਹਨਾਂ ਨੂੰ ਪਰਮਾਤਮਾ ਦੀ ਪ੍ਰੇਮ ਭਗਤੀ ਪ੍ਰਾਪਤ ਹੋ ਜਾਂਦੀ ਹੈ। ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਾਹੀ ਜਰੇ, ਜਰੇ ਤੋਂ ਭਾਵ ਜਲਣਾ ਤੇ ਵਿਖਿਆ ਮਾਇਆ, ਫਿਰ ਉਹ ਮਾਇਆ ਦੀ ਅੱਗ ਦੇ ਵਿੱਚ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਨਹੀਂ ਜਲਦੇ। ਕੂੜ ਗਏ ਦੁਬਿਧਾ ਨਸੀ, ਪੂਰਨ ਸੱਚ ਭਰੇ। ਜਿਨ੍ਹਾਂ ਨੂੰ ਉਹ ਪ੍ਰੇਮ ਭਗਤੀ ਮਿਲ ਜਾਂਦੀ ਹੈ ਉਹਨਾਂ ਦੇ ਕੂੜ ਗਏ, ਵਿਅਰਥ ਦੇ ਜੋ ਲੋਭ ਲਾਲਚ ਮਨਾਂ ਦੇ ਵਿੱਚ ਹੁੰਦੇ ਹਨ ਉਹ ਵੀ ਖਤਮ ਹੋ ਜਾਂਦੇ ਹਨ। ਦੁਬਿਧਾ ਵੀ ਨਾਸ ਹੋ ਜਾਂਦੀ ਹੈ, ਦੁਚਿੱਤੀ ਜੋ ਹੈ ਉਹ ਨਾਸ ਹੋ ਜਾਂਦੀ ਹੈ। ਬਹੁਤ ਵਾਰ ਜੋ ਦੁਚਿੱਤੀ ਹੈ ਉਹ ਸਾਡੇ ਕਈ ਸਾਰੇ ਦੁੱਖਾਂ ਦਾ, ਪਰੇਸ਼ਾਨੀਆਂ ਦਾ ਕਾਰਨ ਬਣਦੀ ਹੈ। ਜਦੋਂ ਅਸੀਂ ਸਹੀ ਫੈਸਲਾ ਨਹੀਂ ਲੈ ਪਾ ਰਹੇ ਹੁੰਦੇ ਹਾਂ, ਦੁਚਿੱਤੀ ਦੇ ਵਿੱਚ ਹੁੰਦੇ ਹਾਂ, ਤਾਂ ਸਾਡਾ ਮਨ ਭਟਕਦਾ ਰਹਿੰਦਾ ਹੈ। ਪਰ ਗੁਰੂ ਜੀ ਕਹਿੰਦੇ ਕਿ ਜੋ ਪਰਮਾਤਮਾ ਦੀ ਪ੍ਰੇਮ ਭਗਤੀ ਹਾਸਲ ਕਰ ਲੈਂਦੇ ਨੇ ਉਹਨਾਂ ਦੀ ਦੁਬਿਧਾ ਵੀ ਨਾਸ ਹੋ ਜਾਂਦੀ ਹੈ। ਪੂਰਨ ਸੱਚ ਭਰੇ, ਭਰੇ ਤੋਂ ਭਾਵ ਟਿਕੇ ਰਹਿਣਾ, ਤੇ ਉਹ ਫਿਰ ਮੁਕੰਮਲ ਤੌਰ ਤੇ, ਪੂਰਨ ਤੌਰ ਤੇ ਉਸ ਸੱਚ, ਉਸ ਪਰਮਾਤਮਾ ਦੇ ਵਿੱਚ, ਉਹਦੀ ਯਾਦ ਦੇ ਵਿੱਚ ਟਿਕੇ ਰਹਿੰਦੇ ਹਨ। ਪਾਰ ਬ੍ਰਹਮ ਪ੍ਰਭ ਸੇਵਦੇ, ਮਨ ਅੰਦਰ ਏਕ ਧਰੇ। ਉਹ ਆਪਣੇ ਮਨ ਦੇ ਅੰਦਰ ਫਿਰ ਉਸ ਇੱਕ ਪਰਮਾਤਮਾ ਨੂੰ ਵਸਾ ਲੈਂਦੇ ਹਨ ਤੇ ਉਸ ਪਾਰ ਬ੍ਰਹਮ ਪਰਮਾਤਮਾ ਨੂੰ ਹੀ ਸੇਵਦੇ ਹਨ, ਸਿਮਰਨ ਕਰਦੇ ਹਨ। ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ। ਜਿਨ੍ਹਾਂ ਦੇ ਉੱਤੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਜਿਸ ਕੋ ਨਦਰ ਕਰੇ, ਉਹਨਾਂ ਦੇ ਲਈ ਮਾਹ ਦਿਵਸ ਮੂਰਤ ਭਲੇ। ਸਾਰੇ ਮਹੀਨੇ, ਸਾਰੇ ਦਿਵਸ ਹੀ ਉਹਨਾਂ ਦੇ ਲਈ ਸ਼ੁਭ ਮਹੂਰਤ ਹੁੰਦੇ ਹਨ। ਉਹ ਕਿਸੇ ਖਾਸ ਦਿਨ ਨੂੰ ਸ਼ੁਭ ਨਹੀਂ ਮੰਨਦੇ। ਫਿਰ ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਕਿ ਹੇ ਪ੍ਰਮਾਤਮਾ ਮੇਰੇ ਉੱਤੇ ਕਿਰਪਾ ਕਰ, ਮਿਹਰ ਕਰ, ਮੈਂ ਨਾਨਕ ਤੇਰੇ ਤੋਂ ਤੇਰੇ ਦਰਸ਼ਨਾਂ ਦੀ, ਤੇਰੇ ਦੀਦਾਰ ਦੀ ਦਾਤ ਮੰਗਦਾ ਹਾਂ। ਇੱਥੇ ਹੀ 12 ਮਾਹਾਂ ਦਾ ਜੋ ਪਾਠ ਹੈ ਉਸ ਦੀ ਸਮਾਪਤੀ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 136ਵੇਂ ਅੰਗ ਦੇ ਉੱਪਰ ਹੀ ਦਿਨ ਰੈਣੀ, ਜੋ ਕਿ ਨੈਕਸਟ ਪਾਰਟ ਹੈ, ਨੈਕਸਟ ਹਿੱਸਾ ਹੈ, ਉਹ ਸ਼ੁਰੂ ਹੋ ਜਾਂਦਾ ਹੈ। ਉਹ ਸਿਰਫ ਇੱਕ ਪੇਜ ਦੀ ਹੀ ਬਾਣੀ ਹੈ, ਇਸ ਲਈ ਉਸ ਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਹੀ ਕਰਾਂਗੇ ਤੇ ਉਹ ਸਾਰੀ ਦਿਨ ਰੈਣੀ ਦੀ ਜੋ ਬਾਣੀ ਹੈ ਉਹਨੂੰ ਆਪਾਂ ਇੱਕ ਹੀ ਵੀਡੀਓ ਦੇ ਵਿੱਚ ਕੰਪਲੀਟ ਕਰ ਲਵਾਂਗੇ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 136ਵੇਂ ਤੇ 37ਵੇਂ ਪੰਨੇ ਤੇ ਵਿਰਾਜਮਾਨ ਹੈ। ਤੇ ਉਸ ਤੋਂ ਬਾਅਦ ਫਿਰ ਰਾਗ ਮਾਝ ਕੀ ਬਾਰ ਸ਼ੁਰੂ ਹੋ ਜਾਏਗੀ। ਅੱਜ ਦੀ ਜੋ ਬਾਣੀ ਅਸੀਂ ਪੜ੍ਹੀ ਹੈ ਉਹਦੇ ਵਿੱਚੋਂ ਜੋ ਘਰ ਲਿਜਾਣ ਵਾਲਾ, ਜੋ ਆਪਦੇ ਮਨ ਦੇ ਵਿੱਚ ਵਸਾਉਣ ਵਾਲਾ ਪਾਠ ਹੈ, ਲੈਸਨ ਹੈ, ਉਹ ਇਹ ਹੈ ਕਿ ਕੋਈ ਵੀ ਦਿਨ ਖਾਸ ਜਾਂ ਆਮ ਨਹੀਂ ਹੁੰਦਾ। ਸਾਰੇ ਹੀ ਦਿਵਸ, ਸਾਰੇ ਹੀ ਮਹੀਨੇ, ਹਰ ਦਿਨ ਸ਼ੁਭ ਹੀ ਹੁੰਦਾ ਹੈ।
ਤੇ ਦੂਸਰੀ ਗੱਲ ਕਿ ਕਰਮ ਕਾਂਡਾਂ ਦੇ ਵਿੱਚ ਤੀਰਥ ਇਸ਼ਨਾਨਾਂ ਆਦਿਕ ਦੇ ਵਿੱਚ ਪੈ ਕੇ ਆਪਦਾ ਵਕਤ ਤੇ ਆਪਣੀ ਊਰਜਾ ਜੋ ਹੈ ਉਹ ਬਰਬਾਦ ਨਹੀਂ ਕਰਨੀ ਚਾਹੀਦੀ, ਬਲਕਿ ਉਸ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਆਪਦੇ ਮਨ ਨੂੰ ਲਾਉਣਾ ਚਾਹੀਦਾ ਹੈ। ਉਸ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ, ਉਹਦੇ ਸ਼ੁਕਰੀਏ ਦੇ ਵਿੱਚ ਆਪਦੇ ਮਨ ਨੂੰ ਲਾਉਣਾ ਚਾਹੀਦਾ ਹੈ, ਕਿਉਂਕਿ ਸਾਰੇ ਤੀਰਥ ਇਸ਼ਨਾਨ, ਦਾਨ ਪੁੰਨ, ਜੀਵ ਦਇਆ ਸਭ ਕੁਝ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਹੀ ਆ ਜਾਂਦਾ ਹੈ। ਜੇਕਰ ਤੁਹਾਨੂੰ ਇਹ ਗੱਲ ਸਮਝ ਦੇ ਵਿੱਚ ਲੱਗ ਗਈ ਹੈ ਤਾਂ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ, ਤਾਂ ਕਿ ਹੋਰ ਵੀ ਸੱਜਣ, ਹੋਰ ਵੀ ਲੋਕ ਜਿਹੜੇ ਅੱਜ ਵੀ ਧਾਰਮਿਕ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਨੇ, ਕੁਝ ਸਿੱਖ ਕੇ ਅਸਲ ਜੋ ਪ੍ਰਮਾਤਮਾ ਦਾ ਰਾਹ ਹੈ ਉਹਦੇ ਉੱਪਰ ਤੁਰ ਸਕਣ। ਇਸੇ ਸੰਦੇਸ਼ ਦੇ ਨਾਲ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।